ਸੁਬੇਗ ਸਿੰਘ ਫੜ ਜੰਬਰੋਂ ਮੰਗਾਇਆ। ਸੁਬੇਗ ਸਿੰਘ ਫੜ ਜੰਬਰੋਂ ਮੰਗਾਇਆ। ਭਾਈ ਸੁਬੇਗ ਸਿੰਘ ਜੀ ਜੰਬਰ ਪਿੰਡ ਦੇ ਵਸਨੀਕ, ਸਰਕਾਰੀ ਵਕਾਲਤ ਕਰਦੇ ਹਨ, ਠੇਕੇਦਾਰੀ ਕਰਦੇ ਹਨ। ਸਰਕਾਰੀ ਨੌਕਰੀ ਕਰਦਿਆਂ ਹੋਇਆ ਸਿੱਖ ਪੰਥ ਨੂੰ ਸਮਰਪਿਤ ਹਨ। ਸਿੱਖ ਪੰਥ ਦੀ ਸੇਵਾ ਕਰਨ ਵਾਸਤੇ ਤਿਆਰ ਬਰ ਤਿਆਰ ਹੁੰਦੇ ਹਨ ਅਤੇ ਵੱਧ ਚੜ ਕੇ ਕਿਸੇ ਵੀ ਢੰਗ ਤਰੀਕੇ ਦੇ ਨਾਲ ਭਾਈ ਸੁਬੇਗ ਸਿੰਘ ਜੀ ਪੰਥ ਦੀ ਸੇਵਾ ਕਰਦੇ ਹਨ। ਭਾਈ ਸੁਬੇਗ ਸਿੰਘ ਜੀ ਸਰਕਾਰੀ ਨੌਕਰੀ ਵੀ ਕਰਦੇ ਹਨ ਅਤੇ ਖਾਲਸੇ ਪੰਥ ਦੇ ਨੂੰ ਵਿੱਚ ਪਿਆਰ ਵੀ ਰੱਖਦੇ ਹਨ। ਤੇ ਜ਼ਕਰੀਆ ਖਾਂ ਜੋ ਕਿ ਮੌਕੇ ਦਾ ਨਵਾਬ ਹੈ, ਉਹਨੇ ਕਈ ਵਾਰ ਭਾਈ ਸੁਬੇਗ ਸਿੰਘ ਜੀ ਨੂੰ ਵਿਚੋਲਾ ਪਾ ਕੇ ਸਿੱਖਾਂ ਦੇ ਨਾਲ ਸਮਝੌਤਾ ਕੀਤਾ ਤੇ ਭਾਈ ਸੁਬੇਗ ਸਿੰਘ ਜੀ ਨੇ ਸਿੱਖਾਂ ਦੀ ਮਦਦ ਵਾਸਤੇ ਤਾਂ ਜੋ ਸਰਕਾਰ ਜਿਹੜੀ ਹੈ ਮੁਸੀਬਤ ਵਿੱਚੋਂ ਬਾਹਰ ਨਿਕਲ ਸਕੇ ਤੇ ਪੰਥ ਨੇ ਵੀ ਭਾਈ ਸੁਬੇਗ ਸਿੰਘ ਜੀ ਦੀ ਮੋੜੀ ਨਹੀਂ। ਪਰ ਜੋ ਸਰਕਾਰ ਹੈ ਉਹ ਖੁਦ ਗਰਜੀ ਹੈ, ਸਵਾਰਥ ਤੇ ਟਿਕੀ ਹੈ। ਸਵਾਰਥ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਜਾਂਦੀ ਰਹੀ ਹੈ, ਜਾਂਦੀ ਹੈ ਤੇ ਜਾਂਦੀ ਰਹੇਗੀ। ਭਾਈ ਸੁਬੇਗ ਸਿੰਘ ਜੀ ਜਿਸ ਵਕਤ ਜ਼ਕਰੀਆ ਖਾਂ ਦੀ ਮੌਤ ਹੋਈ ਤੇ ਜਹੀਆ ਖਾਂ ਲਾਹੌਰ ਦਾ ਨਵਾਬ ਬਣਿਆ, ਜਹੀਆ ਖਾਂ ਨੇ ਆਪਣਾ ਦੀਵਾਨ ਲਖਪਤ ਰਾਏ ਨੂੰ ਬਣਾਇਆ ਜੋ ਕਿ ਇੱਕ ਖੱਤਰੀ ਹੈ ਅਤੇ ਹਿੰਦੂ ਸਮਾਜ ਦੇ ਵਿੱਚੋਂ ਹੈ। ਲਖਪਤ ਰਾਏ ਨੇ ਜਹੀਆ ਖਾਂ ਨੂੰ ਚੁੱਕ ਦਿੱਤਾ ਕਿ ਜੇ ਸਿੱਖ ਧਰਮ ਨੂੰ ਖਤਮ ਕਰਨਾ ਹੈ, ਜੇ ਸਿੱਖਾਂ ਦਾ ਖੁਰਾ ਖੋਸ਼ ਮਿਟਾਉਣਾ ਹੈ, ਕਿਉਂਕਿ ਲਖਪਤ ਰਾਏ ਵੀ ਸਿੱਖਾਂ ਦਾ ਬਹੁਤ ਵੱਡਾ ਵੈਰੀ ਹੈ, ਉਹ ਵੀ ਸਿੱਖਾਂ ਨੂੰ ਖਤਮ ਕਰਨ ਵਾਸਤੇ ਸਾਜ਼ਿਸ਼ਾਂ ਚੱਲਦਾ ਹੀ ਰਹਿੰਦਾ ਹੈ। ਜਿਸ ਵਕਤ ਇਹ ਦੀਵਾਨ ਬਣਿਆ, ਇਹਨੇ ਜਹੀਆ ਖਾਂ ਨੂੰ ਸਿੱਖਾਂ ਦੇ ਵਿਰੁੱਧ ਭੜਕਾ ਦਿੱਤਾ। ਸਿੱਖਾਂ ਨੂੰ ਖਤਮ ਕਰਨ ਵਾਸਤੇ ਇਹਨੇ ਸਲਾਹ ਦਿੱਤੀ ਕਿ ਜੇ ਸਿੱਖਾਂ ਨੂੰ ਖਤਮ ਕਰਨਾ ਹੈ, ਇਹਨਾਂ ਦਾ ਖੁਰਾ ਖੋਸ਼ ਮਿਟਾਉਣਾ ਹੈ, ਤਾਂ ਸਭ ਤੋਂ ਪਹਿਲਾਂ ਜਿਹੜੇ ਸਰਕਾਰੀ ਨੌਕਰੀ ਕਰ ਰਹੇ ਸਿੱਖ ਹਨ ਉਹਨਾਂ ਨੂੰ ਨੌਕਰੀ ਦੇ ਵਿੱਚੋਂ ਕੱਢਿਆ ਜਾਵੇ, ਉਹਨਾਂ ਨੂੰ ਮਾਰ ਦਿੱਤਾ ਜਾਵੇ, ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ, ਤਾਂ ਜੋ ਇਹਨਾਂ ਦੇ ਰਾਹੀਂ ਜਿਹੜੀ ਵੀ ਸਾਡੀ ਕੋਈ ਕਾਰਵਾਈ ਹੁੰਦੀ ਹੈ ਸਿੱਖਾਂ ਦੇ ਖਿਲਾਫ, ਕੋਈ ਅਸੀਂ ਚਾਲ ਚੱਲਦੇ ਹਾਂ, ਕੋਈ ਪਲਾਨ ਬਣਾਉਂਦੇ ਹਾਂ ਸਿੱਖਾਂ ਨੂੰ ਖਤਮ ਕਰਨ ਦਾ, ਤਾਂ ਇਹ ਜਿਹੜੇ ਸਰਕਾਰੀ ਨੌਕਰੀ ਕਰ ਰਹੇ ਸਿੱਖ ਹਨ, ਇਹ ਜਿਹੜੀ ਸਾਰੀ ਸੂਹ ਬਾਕੀ ਸਿੱਖਾਂ ਤੱਕ ਪਹੁੰਚਾ ਦਿੰਦੇ ਹਨ, ਜਿਹਦੇ ਕਰਕੇ ਸਾਡਾ ਨੁਕਸਾਨ ਹੁੰਦਾ ਹੈ। ਸਾਡਾ ਰਾਸ਼ਨ ਪਾਣੀ ਲੁੱਟਿਆ ਜਾਂਦਾ ਹੈ, ਸਾਡਾ ਅਸਲਾ ਬਰੂਦ, ਸਾਡੀ ਫੌਜ ਦਾ ਨੁਕਸਾਨ ਹੁੰਦਾ ਹੈ। ਜੇ ਇਹਨਾਂ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਰਕਾਰੀ ਨੌਕਰੀ ਕਰ ਰਹੇ ਸਿੱਖਾਂ ਨੂੰ ਖਤਮ ਕੀਤਾ ਜਾਵੇ। ਜਹੀਆ ਖਾਂ ਨੇ ਲਖਪਤ ਰਾਏ ਦੀ ਚੁਗਣਾ ਦੇ ਵਿੱਚ ਆ ਕੇ ਹੁਕਮ ਜਾਰੀ ਕਰ ਦਿੱਤਾ ਕਿ ਜਿੰਨੇ ਵੀ ਸਰਕਾਰੀ ਨੌਕਰੀ ਕਰ ਰਹੇ ਸਿੱਖ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਤੇ ਉਹਨਾਂ ਦੇ ਵਿੱਚੋਂ ਹੀ ਇੱਕ ਹੈ ਭਾਈ ਸੁਬੇਗ ਸਿੰਘ ਜੀ। ਭਾਈ ਰਤਨ ਸਿੰਘ ਜੀ ਕਹਿੰਦੇ ਸੁਬੇਗ ਸਿੰਘ ਫੜ ਜੰਬਰੋਂ ਮੰਗਾਇਆ। ਜੰਬਰ ਪਿੰਡ ਦੇ ਵਸਨੀਕ ਭਾਈ ਸੁਬੇਗ ਸਿੰਘ ਜੀ, ਉਹਨਾਂ ਨੂੰ ਉਹਨਾਂ ਦੇ ਪਿੰਡ ਤੋਂ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਦੇ ਵਿੱਚ ਮੰਗਾਇਆ ਗਿਆ। ਇਸਕਾ ਬੇਟਾ ਸਾਥ ਪੜਾਇਆ, ਜਿਸਕਾ ਬੇਟਾ ਸਾਥ ਪੜਾਇਆ। ਭਾਈ ਸੁਬੇਗ ਸਿੰਘ ਦਾ ਇੱਕ ਪੁੱਤਰ ਹੈ ਭਾਈ ਸ਼ਾਹਬਾਜ਼ ਸਿੰਘ, ਜੋ ਕਿ ਇੱਕ ਕਾਜੀ ਦੇ ਕੋਲੋਂ ਤਾਲੀਮ ਲੈਂਦਾ ਹੈ, ਪੜ੍ਹਾਈ ਪੜ੍ਹਦਾ ਹੈ। ਪਰ ਕਾਜੀ ਨੇ ਇਲਜ਼ਾਮ ਲਾ ਦਿੱਤਾ ਭਾਈ ਸ਼ਾਹਬਾਜ਼ ਸਿੰਘ ਜੀ ਦੇ ਉੱਤੇ ਕਿ ਇਹਨੇ ਮੁਹੰਮਦ ਸਾਹਿਬ ਦੀ ਬੇਟੀ ਫਾਤਿਮਾ ਦੀ ਨਿਰਾਦਰੀ ਕੀਤੀ ਹੈ, ਇਹਨੇ ਇਸਲਾਮ ਧਰਮ ਦੀ ਤੌਹੀਨ ਕੀਤੀ ਹੈ,
ਇਹ ਇਲਜ਼ਾਮ ਲਾ ਕੇ ਭਾਈ ਸ਼ਾਹਬਾਜ਼ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਤਿਸਕਾ ਬੇਟਾ ਸਾਥ ਫੜਾਇਆ। ਦੋਵਾਂ ਪਿਓ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਲਾਹੌਰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ। ਕਹਿਓ ਨਵਾਬ ਤੁਮ ਆਵੋ ਦੀਨ। ਕਹਿਓ ਨਵਾਬ ਤੁਮ ਆਵੋ ਦੀਨ। ਜਦੋਂ ਭਾਈ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਦੋਵਾਂ ਪਿਓ ਪੁੱਤਰਾਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤੇ ਨਵਾਬ ਜਹੀਆ ਖਾਨ ਕਹਿਣ ਲੱਗਾ, ਸੁਬੇਗ ਸਿੰਘ ਤੂੰ ਬੜੀ ਇਮਾਨਦਾਰੀ ਨਾਲ ਸਰਕਾਰੀ ਨੌਕਰੀ ਕਰਦਾ ਹੈ, ਤੂੰ ਬੜੀ ਇਮਾਨਦਾਰੀ ਵਾਲਾ ਬੰਦਾ ਹੈ ਅਤੇ ਇਦਾਂ ਦੇ ਬੰਦਿਆਂ ਦੀ ਸਾਨੂੰ ਲੋੜ ਹੈ। ਪਰ ਅਫਸੋਸ ਇਹ ਹੈ ਕਿ ਤੂੰ ਸਿੱਖ ਹੈ, ਸਿੱਖ ਧਰਮ ਨੂੰ ਤੂੰ ਧਾਰਨ ਕੀਤਾ ਹੋਇਆ ਹੈ, ਜੋ ਕਿ ਅਸੀਂ ਨਹੀਂ ਚਾਹੁੰਦੇ ਕਿ ਸਿੱਖ ਜਿਹੜੇ ਸੰਸਾਰ ਦੇ ਵਿੱਚ ਰਹਿਣ। ਅਸੀਂ ਤੈਨੂੰ ਮੌਕਾ ਦਿੰਦੇ ਹਾਂ ਕਿ ਤੇਰੀ ਸਰਕਾਰੀ ਨੌਕਰੀ ਵੀ ਉਸੇ ਤਰੀਕੇ ਨਾਲ ਬਰਕਰਾਰ ਰਵੇ, ਤੈਨੂੰ ਅਸੀਂ ਤੇਰਾ ਅਹੁਦਾ ਵੀ ਵਧਾ ਦਈਏ, ਤੈਨੂੰ ਜਗੀਰਾਂ ਵੀ ਦਈਏ, ਤੈਨੂੰ ਹਰੇਕ ਪ੍ਰਕਾਰ ਦੀ ਸਰਕਾਰ ਵੱਲੋਂ ਸਹੂਲਤ ਵੀ ਦੇਵਾਂਗੇ। ਪਰ ਉਹਦੇ ਵਾਸਤੇ ਤੈਨੂੰ ਇੱਕ ਕੰਮ ਕਰਨਾ ਪਵੇਗਾ। ਉਹ ਕੰਮ ਇਹ ਹੈ ਕਿ ਤੈਨੂੰ ਆਪਣਾ ਧਰਮ ਛੱਡ ਕੇ ਸਾਡੇ ਧਰਮ ਦੇ ਵਿੱਚ ਆਉਣਾ ਪਵੇਗਾ। ਸਾਡੇ ਧਰਮ ਨੂੰ ਤੂੰ ਕਬੂਲ ਕਰ ਲੈ, ਦੀਨ ਵਿੱਚ ਆ ਜਾ, ਈਮਾਨ ਲੈ ਆ, ਸਾਡੇ ਇਸਲਾਮ ਧਰਮ ਦੇ ਵਿੱਚ ਸ਼ਾਮਲ ਹੋ ਜਾ ਅਤੇ ਆਪਣੇ ਧਰਮ ਦਾ ਤਿਆਗ ਕਰ ਦੇ। ਲੇਵੋ ਦਾਮਿਓ ਕਾਮ ਜ਼ਮੀਨ। ਲੇਵੋ ਦਾਮ ਔਰ ਕਾਮ ਜ਼ਮੀਨ। ਬਸ ਤੈਨੂੰ ਆਪਣੇ ਧਰਮ ਨੂੰ ਤਿਆਗਣ ਦੀ ਲੋੜ ਹੈ ਤੇ ਤਿਆਗ ਦੇ ਸਾਰੇ ਹੀ ਲੇਵੋ ਦਾਮ ਔਰ ਕਾਮ ਜ਼ਮੀਨ। ਤੈਨੂੰ ਜ਼ਮੀਨ ਜਾਇਦਾਦ ਧਨ ਦੌਲਤ ਹਰੇਕ ਪ੍ਰਕਾਰ ਦੀ ਸਹੂਲਤ ਲਾਹੌਰ ਦਰਬਾਰ ਵੱਲੋਂ ਵੀ ਦਿੱਤੀ ਜਾਵੇਗੀ ਤੇ ਦਿੱਲੀ ਦਰਬਾਰ ਵੱਲੋਂ ਵੀ ਮੈਂ ਵਾਅਦਾ ਕਰਦਾ ਹਾਂ ਕਿ ਦਿੱਲੀ ਦਰਬਾਰ ਵੱਲੋਂ ਬਾਦਸ਼ਾਹ ਦੇ ਵੱਲੋਂ ਵੀ ਤੈਨੂੰ ਹਰੇਕ ਪ੍ਰਕਾਰ ਦੀ ਸਹੂਲਤ ਹਰੇਕ ਪ੍ਰਕਾਰ ਦਾ ਤੈਨੂੰ ਜਿਹੜਾ ਵਾ ਉਹ ਮਾਣ ਦਿੱਤਾ ਜਾਵੇਗਾ। ਨਹੀਂ ਤਾਂ ਮਰਨੋ ਕਰ ਮਨਜ਼ੂਰ। ਨਹੀਂ ਤਾਂ ਮਰਨੋ ਕਰ ਮਨਜ਼ੂਰ। ਨਹੀਂ ਤੇ ਫਿਰ ਤੈਨੂੰ ਵੀ ਤੁਹਾਡੇ ਸਿੱਖਾਂ ਦੇ ਵਾਂਗੂ ਜਿਵੇਂ ਉਹਨਾਂ ਨੂੰ ਮਾਰਿਆ ਹੈ, ਉਹਨਾਂ ਨੂੰ ਖਤਮ ਕੀਤਾ ਹੈ, ਉਸ ਤਰੀਕੇ ਨਾਲ ਫਿਰ ਤੂੰ ਵੀ ਮਰਨ ਵਾਸਤੇ ਤਿਆਰ ਹੋ ਜਾ। ਤੇ ਜੇ ਚਾਹੁੰਦਾ ਵਾ ਕਿ ਮੈਂ ਜਿੰਦਾ ਰਵਾਂ, ਮੈਂ ਸੰਸਾਰ ਜਿਹੜੇ ਵਿੱਚ ਹਜੇ ਹੋਰ ਵਿਚਰਾਂ, ਤੇ ਉਹਦੇ ਵਾਸਤੇ ਤਰੀਕਾ ਇੱਕ ਹੀ ਹੈ ਕਿ ਤੈਨੂੰ ਸਾਡੇ ਧਰਮ ਦੇ ਵਿੱਚ ਆਉਣਾ ਪਵੇਗਾ। ਚਲੋ ਚਲਕ ਸਿਰ ਗਿਰ ਹੋਵੇ ਚੂਰ। ਚੜੋ ਚੜਕ ਫਿਰ ਹੋਵ ਚੋਰ। ਤੇ ਤੈਨੂੰ ਜਿਹੜੀ ਅਸੀਂ ਮੌਤ ਦਵਾਂਗੇ, ਤੈਨੂੰ ਜਿਹੜਾ ਦੁੱਖ ਦਵਾਂਗੇ, ਤੇਰੇ ਤੇ ਜਿਹੜਾ ਤਸ਼ੱਦਦ ਕਰਾਂਗੇ, ਉਹਦੇ ਵਾਸਤੇ ਤੈਨੂੰ ਚੜਖੜੀ ਤੇ ਚੜਾਇਆ ਜਾਵੇਗਾ ਤੇ ਚੜਖੜੀ ਤੇ ਚੜਾ ਕੇ ਤੈਨੂੰ ਤਸ਼ੱਦਦ ਕੀਤਾ ਜਾਵੇਗਾ, ਤੇਰੇ ਉੱਤੇ ਤੈਨੂੰ ਚੜਖੜੀ ਤੇ ਚੜਾ ਕੇ ਮਾਰਿਆ ਜਾਵੇਗਾ। ਸੁਬੇਗ ਸਿੰਘ ਤਬ ਕੁੰਨਸ ਕਰੀ। ਸੁਬੇਗ ਸਿੰਘ ਤਬ ਕੁੰਨਸ ਕਰੀ। ਕੁੰਨਸ ਤੋਂ ਭਾਵ ਹੁੰਦਾ ਹੈ ਨਮਸਕਾਰ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਜਦੋਂ ਇੰਨੀਆਂ ਗੱਲਾਂ ਨਵਾਬ ਨੇ ਭਾਈ ਸੁਬੇਗ ਸਿੰਘ ਜੀ ਨੂੰ ਕਹੀਆਂ ਤੇ ਭਾਈ ਸੁਬੇਗ ਸਿੰਘ ਜੀ ਨੇ ਸਾਰਿਆਂ ਲਾਲਚਾਂ ਨੂੰ ਠੋਕਰ ਮਾਰਦਿਆਂ ਹੋਇਆ, ਸਾਰਿਆਂ ਲਾਲਚਾਂ ਨੂੰ ਲੱਤ ਮਾਰਦਿਆਂ ਹੋਇਆ, ਜਿਸ ਚੜਖੜੀ ਦਾ ਨਾਮ ਜਹੀਆ ਖਾਨ ਨੇ ਲਿਆ, ਨਵਾਬ ਨੇ ਲਿਆ, ਉਸ ਚੜਖੜੀ ਨੂੰ ਨਮਸਕਾਰ ਕੀਤੀ। ਧਨ ਚੜਖੜੀ ਧਨ ਜੈ ਘਰੀ। ਧਨ ਚੜਖੜੀ ਧਨ ਜੈ ਘਰੀ। ਭਾਈ ਸੁਬੇਗ ਸਿੰਘ ਜੀ ਕਹਿਣ ਲੱਗੇ, ਇਹ ਚੜਖੜੀ ਵੀ ਧਨ ਹੈ ਤੇ ਇਹ ਘੜੀ ਵੀ ਧਨ ਹੈ। ਚਾੜ ਚੜਖੜੀ ਹਮੇ ਗਿਰਾਵੋ। ਚਾੜ ਚੜਖੜੀ ਹਮੇ ਗਿਰਾਵੋ। ਕਿਉਂਕਿ ਇਹ ਚੜਖੜੀ ਤਾਂ ਧਨ ਹੈ, ਆ ਸਮਾਂ ਤਾਂ ਧਨ ਹੈ ਕਿਉਂਕਿ ਮੈਂ ਵੀ ਸਿੱਖੀ ਦਾ ਪਰਚਾ ਦੇਣ ਲੱਗਾ ਹਾਂ, ਮੇਰੀ ਵੀ ਸਿੱਖੀ ਦੀ ਪ੍ਰੀਖਿਆ ਹੋਵੇਗੀ। ਇਸ ਕਰਕੇ ਆ ਚੜਖੜੀ ਵੀ ਧਨ ਹੈ। ਜਿਨੇ ਮੇਰੀ ਚੜਖੜੀ ਦਾ ਪ੍ਰੀਖਿਆ ਲੈਣੀ ਹੈ ਤੇ ਉਹ ਸਮਾਂ ਵੀ ਧਨ ਹੈ। ਜਿਸ ਸਮੇਂ ਤੇ ਮੈਂ ਇਸ ਪ੍ਰੀਖਿਆ ਦੇ ਵਿੱਚੋਂ ਪਾਸ ਹੋਣਾ ਹੈ, ਇਸ ਸਮੇਂ ਦੇ ਵਿੱਚ ਮੈਂ ਪ੍ਰੀਖਿਆ ਜਿਹੜੀ ਦੇਣੀ ਹੈ। ਚਾੜ ਚੜਖੜੀ ਹਮੇ ਗਿਰਾਵੋ। ਇਹ ਭਾਈ ਸੁਬੇਗ ਸਿੰਘ ਜੀ ਕਹਿੰਦੇ, ਨਵਾਬ ਹੁਣ ਬਸ ਇੱਕ ਕੰਮ ਕਰ, ਬਹੁਤੀਆਂ ਗੱਲਾਂ ਨਾ ਮੇਰੇ ਨਾਲ ਕਰੀ, ਮੈਂ ਪ੍ਰੀਖਿਆ ਦੇਣ ਵਾਸਤੇ ਤਿਆਰ ਹਾਂ, ਮੈਂ ਚੜਖੜੀ ਤੇ ਚੜ੍ਹਨ ਵਾਸਤੇ ਤਿਆਰ ਹਾਂ, ਪਰ ਤੇਰੇ ਧਰਮ ਦੇ ਵਿੱਚ ਨਹੀਂ ਮੈਂ ਆਵਾਂਗਾ। ਮੈਂ ਆਪਣੇ ਸਿੱਖ ਧਰਮ ਨੂੰ ਛੱਡ ਕੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਨੂੰ ਛੱਡ ਕੇ ਇਸਲਾਮ ਧਰਮ ਵਿੱਚ ਨਹੀਂ ਆਵਾਂਗਾ। ਤੇ ਮੈਨੂੰ ਹੁਣੇ ਤੂੰ ਚੜਖੜੀ ਤੇ ਚੜਾ ਕੇ ਗਿਰਾ ਦੇ, ਮੈਨੂੰ ਹੁਣੇ ਚੜਖੜੀ ਤੇ ਚੜਾ ਕੇ ਮਾਰ ਦੇ। ਸੋ ਅਬ ਹਮਕੋ ਢੀਲ ਨਾ ਲਾਵੋ। ਸੋ ਅਬ
ਅਬ ਹਮਕੋ ਢੀਲ ਨ ਲਾਵ, ਬਸ ਹੁਣ ਇਸ ਨੇਕ ਕੰਮ ਵਿੱਚ ਢਿੱਲ ਨਾ ਲਾ। ਕਿਉਂਕਿ ਮੈਂ ਤੇ ਕਦੀ ਸੋਚਿਆ ਹੀ ਨਹੀਂ ਸੀ ਕਿ ਮੈਂ ਵੀ ਸਿੱਖੀ ਦੀ ਪ੍ਰੀਖਿਆ ਦਵਾਂਗਾ, ਪਰ ਜੇ ਹੁਣ ਸਮਾਂ ਸਬੱਬੀ ਬਣ ਹੀ ਗਿਆ ਹੈ ਤਾਂ ਮੈਂ ਇਹ ਸਮਾਂ ਜਿਹੜਾ ਖਿਜਾਉਣਾ ਨਹੀਂ ਚਾਹੁੰਦਾ, ਮੈਂ ਇਸ ਸਮੇਂ ਨੂੰ ਗਵਾਉਣਾ ਨਹੀਂ ਚਾਹੁੰਦਾ। ਮੈਂ ਇਸ ਸਮੇਂ ਦੀ ਕਦਰ ਕਰਦਾ ਹਾਂ ਤੇ ਇਸ ਸਮੇਂ ਨੂੰ ਨਮਸਕਾਰ ਕਰਦਿਆਂ ਹੋਇਆਂ ਅਤੇ ਇਸ ਕੰਮ ਵਾਸਤੇ ਤੂੰ ਹੁਣ ਢਿੱਲ ਨਾ ਲਾ, ਕਿਉਂਕਿ ਮੈਨੂੰ ਚੜਖੜੀ ਤੇ ਚੜਾ ਕੇ ਦਵਾ ਦਵ ਮੇਰੀ ਜਿਹੜੀ ਪ੍ਰੀਖਿਆ ਵਿੱਚੋਂ ਮੈਨੂੰ ਪਾਸ ਕਰਾ ਦੇ। ਹਮ ਤੇ ਗੁਰ ਕੋ ਸਿੱਖ ਸਦਾਵੇ, ਹਮ ਤੋਂ ਗੁਰ ਕੇ ਸਿੱਖ ਸਦਾਵੇ, ਕਿਉਂਕਿ ਅਸੀਂ ਗੁਰੂ ਦੇ ਸਿੱਖ ਹਾਂ। ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਕਦੇ ਵੀ ਜਿਹੜੇ ਗੁਰੂ ਵੱਲੋਂ ਬੇਮੁਖ ਨਹੀਂ ਹੁੰਦੇ, ਕਿਉਂਕਿ ਜਿਹੜਾ ਵੀ ਬੇਮੁਖ ਹੋਇਆ ਹੈ, ਸਤਿਗੁਰ ਜੀ ਦੀ ਬਾਣੀ ਦਾ ਵਚਨ, ਜੇ ਕੋ ਸਿੱਖ ਗੁਰੂ ਸੇਤੀ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥਾ ਕੋਈ, ਪੁਛੁ ਬੇਕੀਆਂ ਜਾਏ, ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਗੁਰੂ ਵੱਲੋਂ ਜਿਹੜਾ ਬੇਮੁਖ ਹੋਇਆ ਹੈ ਉਹਨੂੰ ਕਦੇ ਮੁਕਤੀ ਨਹੀਂ ਮਿਲਦੀ, ਉਹਨੂੰ ਕਦੇ ਪ੍ਰਮਾਤਮਾ ਦਾ ਦਰ ਨਹੀਂ ਮਿਲਦਾ। ਤੇ ਮੈਂ ਗੁਰੂ ਦਾ ਸਿੱਖ ਹਾਂ ਤੇ ਮੈਂ ਕਦੇ ਵੀ ਗੁਰੂ ਵੱਲੋਂ ਬੇਮੁਖ ਨਹੀਂ ਹੋਵਾਂਗਾ, ਮੈਂ ਗੁਰੂ ਵੱਲ ਮੁਖ ਕਰਕੇ ਹੀ ਰਵਾਂਗਾ, ਕਿਉਂਕਿ ਮੈਂ ਗੁਰੂ ਦਾ ਸੱਚਾ ਸਿੱਖ ਹਾਂ। ਗੁਰ ਕੇ ਹੇਤ ਪ੍ਰਾਣ ਪਲ ਜਾਵੇ, ਗੁਰ ਕੇ ਹੇਤ ਪ੍ਰਾਣ ਪਲ ਜਾਵੇ। ਗੁਰੂ ਵਾਸਤੇ, ਪੰਥ ਵਾਸਤੇ, ਖਾਲਸੇ ਵਾਸਤੇ ਮੈਨੂੰ ਆਪਣੇ ਪ੍ਰਾਣ ਵੀ ਨਿਸ਼ਾਵਰ ਕਰਨੇ ਪੈਣ, ਮੈਂ ਕਰਨ ਵਾਸਤੇ ਤਿਆਰ ਹਾਂ। ਧੰਨ ਨਵਾਬ ਧੰਨ ਤਵ ਦੀਨ, ਧੰਨ ਨਵਾਬ ਧੰਨ ਤਵ ਦੀਨ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਭਾਈ ਸੁਬੇਗ ਸਿੰਘ ਅੱਗੇ ਜਵਾਬ ਦਿੰਦੇ ਹਨ, ਨਵਾਬ ਤੂੰ ਵੀ ਅਸਲ ਵਿੱਚ ਧਨ ਹੈ, ਤੂੰ ਵੀ ਜਿਹੜਾ ਧਨ ਹੈ, ਜਿਹੜੀ ਮੈਨੂੰ ਆ ਪ੍ਰੀਖਿਆ ਵਾਸਤੇ ਮੇਰਾ ਸਮਾਂ ਤੇ ਪ੍ਰੀਖਿਆ ਵਾਸਤੇ ਜਿਹੜਾ ਮੈਨੂੰ ਚੁਣ ਲਿਆ ਹੈ, ਇਸ ਕਰਕੇ ਮੈਂ ਤੇਰਾ ਵੀ ਧੰਨਵਾਦ ਕਰਦਾ ਹਾਂ। ਆਦਲ ਹੈ ਤੂੰ ਵੱਡੋ ਪ੍ਰਵੀਨ, ਆਦਲ ਹੈ ਤੂੰ ਵੱਡੋ ਪ੍ਰਵੀਨ, ਤੂੰ ਵੱਡਾ ਚਤੁਰ ਤੇ ਇਨਸਾਫ ਕਰਨ ਵਾਲਾ ਹੈ। ਤੇ ਮੈਂ ਇੱਕ ਗੱਲ ਤੈਨੂੰ ਸਿਰਫ ਪੁੱਛਣੀ ਚਾਹੁੰਦਾ ਹਾਂ, ਮੈਂ ਹੋਰ ਕੁਝ ਵੀ ਤੇਤੋਂ ਨਹੀਂ ਪੁੱਛਾਂਗਾ। ਮੈਨੂੰ ਚੜਖੜੀ ਤੇ ਚੜਾ ਦੇ ਤੇ ਮੈਨੂੰ ਸਮਾਂ ਨਾ ਮੇਰਾ ਬਰਬਾਦ ਕਰੀ। ਬਸ ਇੱਕ ਗੱਲ ਮੈਂ ਤੇਰੇ ਕੋਲ ਪੁੱਛਣਾ ਚਾਹੁੰਦਾ ਹਾਂ ਕਿ ਮੇਰਾ ਅਸਲ ਵਿੱਚ ਦੋਸ਼ ਕੀ ਲਾਇਆ ਗਿਆ ਹੈ ਮੇਰੇ ਉੱਤੇ, ਕਿਹੜੀ ਗੱਲੋਂ ਮੈਨੂੰ ਜਿਹੜਾ ਇਹ ਸਜ਼ਾ ਦਿੱਤੀ ਜਾ ਰਹੀ ਹੈ, ਕਿਹੜੇ ਗੱਲੋਂ ਮੈਨੂੰ ਗ੍ਰਿਫਤਾਰ ਕੀਤਾ ਹੈ, ਕਿਹੜੀ ਗੱਲੋਂ ਮੈਨੂੰ ਜਿਹੜਾ ਨੌਕਰੀ ਤੋਂ ਕੱਢਿਆ ਗਿਆ। ਬਸ ਇੰਨਾ ਪੁੱਛਣ ਦਾ ਮੈਂ ਪੁੱਛਦਾ ਹਾਂ ਤੇਰੇ ਕੋਲ, ਇਸ ਤੋਂ ਇਲਾਵਾ ਮੈਂ ਕੁਝ ਨਹੀਂ ਪੁੱਛਦਾ। ਮੈਨੂੰ ਮੇਰੀ ਗੱਲ ਦਾ ਉੱਤਰ ਦੇ ਦੇ ਤੇ ਉੱਤਰ ਦੇਣ ਤੋਂ ਬਾਅਦ ਮੈਨੂੰ ਚੜਖੜੀ ਤੇ ਚੜਾ ਕੇ ਮੇਰੀ ਪ੍ਰੀਖਿਆ ਮੈਨੂੰ ਦੇ ਲੈਣ ਦੇ। ਮਰਨੋ ਡਰ ਹਮ ਦੀਨ ਮੋਹ ਕਰੋ, ਮਰਨੋ ਡਰ ਹਮ ਦੀਨ ਮੋਹ ਕਰੋ, ਕਿਉਂਕਿ ਮੌਤ ਵਾਲਾ ਡਰ ਤੇ ਸਾਡੇ ਗੁਰੂ ਨੇ ਸਾਡੇ ਮਨਾਂ ਦੇ ਵਿੱਚੋਂ ਦੂਰ ਕੀਤਾ ਹੋਇਆ ਹੈ। ਮੌਤ ਤੋਂ ਅਸੀਂ ਡਰਦੇ ਨਹੀਂ ਹਾਂ, ਕਿਉਂਕਿ ਸਾਡੇ ਤੇ ਗੁਰੂ ਦੇ ਫੈਸਲਾ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਉਹ ਸਭਨਾ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ। ਇਹ ਸਾਡੇ ਗੁਰੂ ਦਾ ਫੈਸਲਾ ਹੈ। ਜਿਨਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਸਿੱਖੀ ਨੂੰ ਕਮਾਉਣਾ ਹੈ, ਜਿਨਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਖੁਸ਼ੀਆਂ ਲੈਣੀਆਂ ਹੈ, ਉਹਨੂੰ ਪਹਿਲਾਂ ਮਰਨਾ ਹੀ ਪਵੇਗਾ, ਉਹਨੂੰ ਮਰਨਾ ਹੀ ਕਬੂਲ ਕਰਨਾ ਪਵੇਗਾ। ਤੇ ਜਿਹੜਾ ਮਰਨਾ ਕਬੂਲ ਕਰ ਲੈਂਦਾ ਹੈ ਉਹਨੂੰ ਹੀ ਅਸਲ ਵਿੱਚ ਅਸਲ ਜੀਵਨ ਮਿਲਦਾ ਹੈ, ਕਿਉਂਕਿ ਇੱਕ ਮੌਤ ਸਰੀਰ ਦੀ ਹੈ, ਇੱਕ ਮੌਤ ਜ਼ਮੀਰ ਦੀ ਹੈ ਤੇ ਇੱਕ ਮੌਤ ਸ਼ਬਦ ਵਿੱਚ ਮਰਦੀ ਹੈ। ਸਰੀਰ ਕਰਕੇ ਸਾਰਿਆਂ ਨੇ ਮਰ ਜਾਣਾ ਹੈ ਤੇ ਜ਼ਮੀਰ ਕਰਕੇ ਕਿਰਤ ਕਰਮ ਕੇ ਵਿਛੜੇ ਆਪਾਂ ਸਾਰੇ ਜਾੜੇ ਵਿਛੜੇ ਹੋਏ ਹਾਂ। ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੀਤ। ਕਰੋੜਾਂ ਵਿੱਚੋਂ ਕੋਈ ਵਿਰਲਾ ਹੈ ਜਿਹਦੀ ਜ਼ਮੀਰ ਅੰਦਰੋਂ ਜਾਗਦੀ ਹੈ, ਵਰਨਾ ਸਤਿਗੁਰੂ ਜੀ ਕਹਿੰਦੇ ਜ਼ਮੀਰ ਕਰਕੇ ਮਨੁੱਖ ਮਰਿਆ ਹੋਇਆ ਹੈ। ਤੇ ਤੀਸਰਾ ਮਰਨ ਹੈ ਜਿਹੜਾ ਗੁਰੂ ਨੂੰ ਪ੍ਰਵਾਨ ਹੈ, ਉਹ ਮਰਨ ਹੈ ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨਾ ਹੋਈ। ਸ਼ਬਦ ਵਿੱਚ ਮਰਨ ਦੇ ਨਾਲ ਜੀਵਨ ਮਿਲਦਾ ਹੈ, ਸ਼ਬਦ ਵਿੱਚ ਮਰਨ ਦੇ ਨਾਲ ਹਮੇਸ਼ਾ ਵਾਸਤੇ ਆਵਾਗਮਨ ਖਤਮ ਹੋ ਜਾਂਦਾ ਹੈ, ਕਿਉਂਕਿ ਸ਼ਬਦ ਵਿੱਚ ਮਰਨ ਦੇ ਨਾਲ ਹੀ ਅਸਲ ਜੀਵਨ ਦੀ ਸੂਝ ਮਿਲਦੀ ਹੈ। ਤੇ ਭਾਈ ਸੁਬੇਗ ਸਿੰਘ ਜੀ ਕਹਿੰਦੇ ਹਨ, ਜਿਹੜੀ ਮੌਤ ਦਾ ਡਰ ਤੂੰ ਸਾਨੂੰ ਦੇ ਰਿਹਾ ਵਾ, ਇਸ ਮੌਤ ਦੀ ਅਸੀਂ ਪਰਵਾਹ ਨਹੀਂ ਕਰਦੇ। ਸਾਨੂੰ ਕੋਈ ਪਤਾ ਹੈ ਆ ਜਿਹੜਾ ਭਾਂਡਾ ਹੈ, ਆ ਜਿਹੜਾ ਸਰੀਰ ਹੈ, ਆ ਜਿਹੜਾ ਸਾਡੇ ਅੰਦਰ ਜਿਉ ਕੰਮ ਕਰ ਰਿਹਾ ਹੈ, ਇਹਨੇ ਇੱਕ ਨਾ ਇੱਕ ਦਿਨ ਇਸ ਕਾਇਆ ਦੇ ਵਿੱਚੋਂ ਨਿਕਲਣਾ ਹੀ ਨਿਕਲਣਾ ਹੈ।
ਇਸ ਸਰੀਰ ਨੇ ਮਿੱਟੀ ਦੇ ਵਿੱਚ ਰਲਣਾ ਹੀ ਰਲਣਾ ਹੈ। ਇਸ ਕਰਕੇ ਅਸੀਂ ਇਸ ਮੌਤ ਦੀ ਤੇ ਪ੍ਰਵਾਹ ਹੀ ਨਹੀਂ ਕਰਦੇ ਤੇ ਅਸੀਂ ਸ਼ਬਦ ਵਿੱਚ ਮਰੇ ਹੋਏ ਹਾਂ ਤੇ ਸ਼ਬਦ ਵਿੱਚ ਮਰਨ ਦੇ ਨਾਲ ਸਾਨੂੰ ਸਦੀਵੀ ਜੀਵਨ ਮਿਲਿਆ ਹੋਇਆ ਹੈ ਤੇ ਉਹ ਜੀਵਨ ਸਾਨੂੰ ਗੁਰੂ ਨਾਨਕ ਦੇ ਦਰ ਤੋਂ ਮਿਲਿਆ ਹੈ। ਇਸ ਕਰਕੇ ਮਰਨੋਂ ਡਰ ਹਮ ਦੀਨ ਮੋ ਕਰੈ, ਮਰਨ ਦਾ ਡਰ ਅਸੀਂ ਲਾਇਆ ਹੋਇਆ ਹੈ ਤੇ ਤੇਰੇ ਦੀਨ ਵਿੱਚ ਇਸ ਮੌਤ ਤੋਂ ਡਰਦਿਆਂ ਹੋਇਆ ਕਦੀ ਵੀ ਤੇਰੇ ਧਰਮ ਦੇ ਵਿੱਚ ਅਸੀਂ ਨਹੀਂ ਆਵਾਂਗੇ। ਹੋਏ ਦੀਨ ਮੈਂ ਫਿਰ ਨਹਿ ਮਰੋ, ਹੋਏ ਦੀਨ ਮੈਂ ਫਿਰ ਨਹਿ ਮਰੋ। ਭਾਈ ਸੁਬੇਗ ਸਿੰਘ ਜੀ ਕਹਿੰਦੇ ਨਵਾਬ ਤੂੰ ਇੱਕ ਗੱਲ ਜਿਹੜਾ ਜਵਾਬ ਦੇ, ਤੂੰ ਮੇਰੇ ਉੱਤੇ ਇਹ ਅੱਗੇ ਸ਼ਰਤਾਂ ਰੱਖੀਆਂ ਹੋਈਆਂ ਹਨ, ਲਾਲਚ ਦਿੱਤੇ ਹੋਏ ਹਨ ਕਿ ਸਾਡੇ ਧਰਮ ਦੇ ਵਿੱਚ ਆ ਜਾ, ਤੈਨੂੰ ਅਸੀਂ ਜ਼ਿੰਦਗੀ ਦੇ ਦੇਵਾਂਗੇ, ਅਸੀਂ ਤੈਨੂੰ ਜਿਹੜਾ ਹਰੇਕ ਪ੍ਰਕਾਰ ਦੀ ਸਹੂਲਤ ਦੇਵਾਂਗੇ। ਪਰ ਮੈਨੂੰ ਇੱਕ ਗੱਲ ਦੱਸ, ਹੋਏ ਦੀਨ ਮੈਂ ਫਿਰ ਨਾ ਮਰੂੰ। ਮੰਨ ਲਾ ਇੱਕ ਗੱਲ, 1 ਮਿੰਟ ਵਾਸਤੇ 2 ਮਿੰਟ ਵਾਸਤੇ ਕਿ ਮੈਂ ਤੇਰੇ ਧਰਮ ਦੇ ਵਿੱਚ ਆ ਵੀ ਜਾਵਾਂ, ਪਰ ਤੂੰ ਕੀ ਗਾਰੰਟੀ ਦਿੰਦਾ ਹੈ ਕਿ ਤੇਰੇ ਧਰਮ ਦੇ ਵਿੱਚ ਆਉਣ ਦੇ ਨਾਲ ਆ ਸਰੀਰ ਕਰਕੇ ਮੌਤ ਆਵੇਗੀ ਹੀ ਨਹੀਂ? ਇਸ ਗੱਲ ਦੀ ਕੋਈ ਗਾਰੰਟੀ ਦਿੰਦਾ ਹੈ ਕਿ ਤੇਰੇ ਧਰਮ ਵਿੱਚ ਆਉਣ ਦੇ ਨਾਲ ਸਰੀਰ ਕਰਕੇ ਮੈਂ ਸਦਾ ਵਾਸਤੇ ਅਮਰ ਰਵਾਂਗਾ? ਜੇ ਤੇ ਇਸ ਗੱਲ ਦੀ ਗਾਰੰਟੀ ਦਿੰਦਾ ਵਾ ਤੇ ਫਿਰ ਮੈਂ ਮੰਨ ਲਾ ਤੇਰੇ ਧਰਮ ਵਿੱਚ ਆਉਣ ਵਾਸਤੇ ਤਿਆਰ ਰਾਜੀ ਵੀ ਹੋ ਜਾਵਾਂਗਾ। ਪਰ ਜਦੋਂ ਤੇਰੇ ਕੋਲ ਇਸ ਗੱਲ ਦੀ ਗਾਰੰਟੀ ਹੀ ਕੋਈ ਨਹੀਂ ਹੈ, ਕਿਉਂਕਿ ਤੇਰੇ ਧਰਮ ਦੇ ਵਿੱਚ ਤੇਰੇ ਤੋਂ ਵੱਡੇ ਵਡੇਰੇ, ਤੇਰੇ ਤੋਂ ਪਹਿਲਾਂ ਕਿੰਨੇ ਨਵਾਬ ਆ ਕੇ ਬੈਠੇ ਹਨ, ਤੇ ਤੋਂ ਪਹਿਲਾਂ ਕਿੰਨੇ ਇਸਲਾਮ ਧਰਮ ਦੇ ਮਨੁੱਖ, ਇਸਤਰੀਆਂ, ਪੁਰਸ਼ ਸੰਸਾਰ ਤੋਂ ਜਾ ਚੁੱਕੇ ਹਨ। ਇਸ ਗੱਲ ਦਾ ਤੈਨੂੰ ਅੰਦਾਜ਼ਾ ਹੀ ਨਹੀਂ ਹੈ, ਕਿਉਂਕਿ ਜੇ ਤੈਨੂੰ ਅੰਦਾਜ਼ਾ ਹੁੰਦਾ ਤੇ ਫਿਰ ਤੂੰ ਕਦੇ ਵੀ ਮੈਨੂੰ ਆਪਣੇ ਧਰਮ ਵਿੱਚ ਆਉਣ ਵਾਸਤੇ ਨਹੀਂ ਸੀ ਕਹਿਣਾ, ਕਿਉਂਕਿ ਤੇਰੇ ਧਰਮ ਵਿੱਚ ਵੀ ਮੌਤ ਮਿਲਣੀ ਹੈ ਸਰੀਰ ਕਰਕੇ ਤੇ ਮੇਰੇ ਧਰਮ ਦੇ ਵਿੱਚ ਵੀ ਮੌਤ ਮਿਲਣੀ ਹੈ ਸਰੀਰ ਕਰਕੇ। ਜੇ ਤੇ ਤੇਰੇ ਧਰਮ ਵਿੱਚ ਆਉਣ ਦੇ ਨਾਲ ਸਰੀਰ ਕਰਕੇ ਮੌਤ ਨਹੀਂ ਮਿਲਦੀ ਤੇ ਫਿਰ ਮੈਂ ਤੇਰੇ ਧਰਮ ਵਿੱਚ ਆਉਣ ਨੂੰ ਤਿਆਰ ਹਾਂ, ਪਰ ਜਦੋਂ ਤੇਰੇ ਧਰਮ ਵਿੱਚ ਆਉਣ ਦੇ ਨਾਲ ਮੌਤ ਮਿਲ ਹੀ ਜਾਣੀ ਹੈ ਤੇ ਫਿਰ ਮੈਂ ਆਪਣਾ ਧਰਮ ਤਿਆਗ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰ ਛੱਡ ਕੇ, ਗੁਰੂ ਨਾਨਕ ਪਾਤਸ਼ਾਹ ਦਾ ਘਰ ਛੱਡ ਕੇ ਫਿਰ ਮੈਂ ਕਿਉਂ ਤੇਰੇ ਧਰਮ ਦੇ ਵਿੱਚ ਆਵਾਂ? ਜੋ ਫਿਰ ਵੀ ਮਰਨੋ ਰਹੈ, ਜੋ ਫਿਰ ਵੀ ਮਰਨੋ ਸਿਰ ਮਰਨੋ ਰਹੈ, ਕਿਉਂਕਿ ਤੇਰੇ ਧਰਮ ਦੇ ਵਿੱਚ ਆਉਣ ਦੇ ਨਾਲ ਵੀ ਸਿਰ ਦੇ ਉੱਤੋਂ ਮੌਤ ਨਹੀਂ ਟਲਣੀ। ਤੇਰੇ ਧਰਮ ਦੇ ਵਿੱਚ ਆਉਣ ਦੇ ਨਾਲ ਵੀ ਮੌਤ ਦਾ ਸਾਇਆ ਸਿਰ ਦੇ ਉੱਤੇ ਹੀ ਰਹਿਣਾ ਹੈ, ਕਿਉਂਕਿ ਬਾਣੀ ਦਾ ਫੈਸਲਾ ਹੈ, ਆਲ ਬਿਆਲ ਜਿਉ ਭਰਿਓ ਡੋਲੇ, ਮੁਖ ਪਸਾਰੇ ਮੀਤ ਮੌਤ ਰੂਪੀ ਸੱਪ ਹਰੇਕ ਦੇ ਸਿਰ ਦੇ ਉੱਤੇ ਮੰਡਰਾ ਰਿਹਾ। ਭਾਵੇਂ ਉਹ ਇਸਲਾਮ ਧਰਮ ਦੇ ਵਿੱਚ ਮਨੁੱਖ ਹਨ, ਇਸਤਰੀਆਂ ਹਨ, ਭਾਵੇਂ ਸਿੱਖ ਧਰਮ ਦੇ ਹਨ ਤੇ ਭਾਵੇਂ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹਨ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਇੱਥੋਂ ਤੱਕ ਕਹਿੰਦੇ ਹਨ ਕਿ ਸੂਰਜ, ਚੰਦਰਮਾ, ਤਾਰੇ, ਪਹਾੜ, ਰੁੱਖ, ਬ੍ਰਹਿਮੰਡ ਖੰਡ ਜਿੰਨਾ ਕੁਝ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਉਹਨਾਂ ਸਾਰਿਆਂ ਦੇ ਉੱਤੇ ਮੌਤ ਮੰਡਰਾ ਰਹੀ ਹੈ ਤੇ ਸਾਰਿਆਂ ਦੀ ਉਮਰ ਜਿਹੜੀ ਉਹ ਘਟ ਰਹੀ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਘਟੰਤ ਰੂਪੰ, ਘਟੰਤ ਦੀਪਕ, ਘਟੰਤ ਰਾਵ ਸਸਿਗਰ ਨਖੇਤਰ ਗਗਨਮ। ਅੱਜ ਜਿੰਨਾ ਰੂਪ ਹੈ, ਜਿੰਨਾ ਕੁਝ ਪ੍ਰਮਾਤਮਾ ਨੇ ਸੂਰਜ, ਤਾਰੇ, ਚੰਦਰਮਾ ਸਿਰਜੇ ਹੋਏ ਹਨ, ਸਾਰਿਆਂ ਦੀ ਉਮਰ ਘਟ ਰਹੀ ਹੈ। ਤੇ ਘਟ ਕਿੱਦਾਂ ਰਹੀ ਹੈ? ਵਹਦੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਕਹਿੰਦੇ ਜਿਵੇਂ ਨਦੀ ਦਾ ਪਾਣੀ ਵਹਿੰਦਾ ਜਾਂਦਾ ਹੈ ਉਸ ਤਰੀਕੇ ਨਾਲ ਮਨੁੱਖ ਦੇ, ਬ੍ਰਹਿਮੰਡ ਦੇ, ਖੰਡ ਦੀ ਜੋ ਕੁਝ ਪ੍ਰਮਾਤਮਾ ਨੇ ਬਣਾਇਆ ਹੈ ਸਾਰਿਆਂ ਦੀ ਉਮਰ ਜਿਹੜੀ ਨਦੀ ਦੇ ਪਾਣੀ ਵਾਂਗੂ ਵਹਿ ਰਹੀ ਹੈ। ਕਿਸੇ ਦੀ ਉਮਰ ਜਿਹੜੀ ਉਹ ਵੱਧ ਨਹੀਂ ਰਹੀ, ਸਾਰਿਆਂ ਦੀ ਉਮਰ ਘਟ ਰਹੀ ਹੈ। ਸਾਰੇ ਮੌਤ ਦੇ ਮੂੰਹ ਦੇ ਵੱਲ ਨੂੰ ਜਾ ਰਹੇ ਹਨ। ਭਾਈ ਸੁਬੇਗ ਸਿੰਘ ਜੀ ਕਹਿੰਦੇ ਹਨ ਜੋ ਫਿਰ ਪੀ ਸਿਰ ਮਰਨੋਂ ਰਹਿ। ਜਦੋਂ ਤੇਰੇ ਧਰਮ ਦੇ ਵਿੱਚ ਵੀ ਮੌਤ ਸਿਰ ਤੇ ਮੰਡਰਾ ਰਹੀ ਹੈ ਤੇ ਫਿਰ ਮੈਂ ਤੇਰੇ ਧਰਮ ਦੇ ਵਿੱਚ ਆ ਕੇ ਕੀ ਖੱਟ ਸਕਦਾ ਹਾਂ? ਐਸੇ ਜੀਵਨ ਕਿਉ ਤੁਮ ਤਜ ਬਹਿ, ਐਸੇ ਜੀਵਨ ਕਿਉ ਧਰਮ ਤਜ ਬਹਿ। ਫਿਰ ਐਸੇ ਜੀਵਨ ਕਾਰਨ ਫਿਰ ਮੈਂ ਕਿਉਂ ਧਰਮ ਨੂੰ ਤਿਆਗ ਦਵਾਂ? ਕਿਉਂ ਮੈਂ ਜਿਹੜਾ ਧਰਮ ਨੂੰ ਛੱਡ ਦਵਾਂ? ਕਿਉਂ ਮੈਂ ਤੇਰੇ ਧਰਮ ਦੇ ਵਿੱਚ ਆ ਜਾਵਾਂ ਜਦੋਂ ਮੈਨੂੰ ਮੌਤ ਜਿਹੜੀ ਤੇਰੇ ਧਰਮ 'ਚ ਵੀ ਮਿਲਣੀ ਹੈ ਤੇ ਮੌਤ ਮੈਨੂੰ ਮੇਰੇ ਧਰਮ 'ਚ ਵੀ ਮਿਲਣੀ ਹੈ? ਇਸ ਕਰਕੇ ਬਿਹਤਰ ਇਹ ਹੈ ਕਿ ਮੈਂ ਆਪਣੇ ਧਰਮ ਦੇ ਵਿੱਚ ਹੀ ਸਰੀਰ ਕਰਕੇ ਮਰਾਂ। ਮੈਂ ਆਪਣੇ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ
ਸਿੱਖੀ ਤੇ ਪਹਿਰਾ ਦਿੰਦਿਆਂ ਹੋਇਆਂ, ਸਿੱਖੀ ਨੂੰ ਕਮਾਉਂਦਿਆਂ ਹੋਇਆਂ ਮੈਂ ਜੀਵਨ ਰੂਪੀ ਜਿਹੜੀ ਮੌਤ ਹੈ ਉਹਨੂੰ ਆਪਣੇ ਧਰਮ ਦੇ ਵਿੱਚ ਹੀ ਗਲ ਦੇ ਨਾਲ ਲਾਵਾਂ। ਮਰਨੋਂ ਡਰ ਹਮ ਆਵੇ ਦੀਨ, ਮਰਨੋਂ ਡਰ ਹਮ ਆਵੇ ਦੀਨ, ਮੌਤ ਦੇ ਡਰ ਕਰਕੇ ਅਸੀਂ ਕਦੀ ਵੀ ਤੇਰੇ ਧਰਮ ਦੇ ਵਿੱਚ, ਤੇਰੇ ਇਸਲਾਮ ਦੇ ਵਿੱਚ ਨਹੀਂ ਆਵਾਂਗੇ। ਜੋ ਹੋਏ ਮਰਨੋਂ ਨਾਹਿ ਕਬੀਨ, ਜੇ ਹੋਏ ਮਰਨੋਂ ਨਾਹਿ ਕਮੀਨ, ਕਿਉਂਕਿ ਮੁੜ ਕੇ ਫਿਰ ਵੀ ਮਰਨਾ ਹੀ ਮਰਨਾ ਹੈ। ਭਾਵੇਂ ਤੇਰੇ ਧਰਮ ਦੇ ਵਿੱਚ ਆ ਕੇ ਮਰ ਜਾਵਾਂ, ਭਾਵੇਂ ਆਪਣੇ ਚ ਰਹਾਂ, ਮਰਨਾ ਤੇ ਹੈਗਾ ਹੀ ਹੈਗਾ ਹੈ। ਪਰ ਮੈਂ ਹੁਣ ਆਪਣੇ ਧਰਮ ਦੇ ਵਿੱਚ ਰਹਿ ਕੇ ਮਰਾਂਗਾ, ਤੇਰੇ ਧਰਮ ਦੇ ਵਿੱਚ ਆ ਕੇ ਕਦੇ ਵੀ ਨਹੀਂ ਮਰਾਂਗਾ। ਜੈਸੇ ਤੁਮੇ ਦੀਨ ਪਰ ਪਿਆਰਾ, ਜੈਸੇ ਤੁਮੇ ਦੀਨ ਹੈ ਪਿਆਰਾ। ਭਾਈ ਸੁਬੇਗ ਸਿੰਘ ਜੀ ਕਹਿੰਦੇ, ਨਵਾਬ ਤੈਨੂੰ ਤੇਰਾ ਦੀਨ ਮੁਬਾਰਕ ਹੈ, ਪਿਆਰਾ ਲੱਗਦਾ ਹੈ, ਤੈਨੂੰ ਇਸਲਾਮ ਪਿਆਰਾ ਲੱਗਦਾ ਹੈ, ਤੈਨੂੰ ਇਸਲਾਮ ਮੁਸਲਮਾਨ ਧਰਮ ਪਿਆਰਾ ਲੱਗਦਾ ਹੈ। ਕਿਉਂਕਿ ਦੁਨੀਆ ਦੇ ਵਿੱਚ ਜਿੰਨੇ ਵੀ ਧਰਮ ਬਣਾਏ ਗਏ ਹਨ, ਜਿੰਨੇ ਵੀ ਧਰਮ ਹਨ, ਕੋਈ ਵੀ ਧਰਮ ਜਿਹੜਾ ਮਾੜਾ ਨਹੀਂ ਹੈ। ਨਾ ਇਸਲਾਮ ਮਾੜਾ ਹੈ, ਨਾ ਹਿੰਦੂ ਧਰਮ ਮਾੜਾ ਹੈ, ਨਾ ਬੋਧੀ ਜੈਨੀ, ਕੋਈ ਵੀ ਧਰਮ ਜਿਹੜਾ ਮਾੜਾ ਨਹੀਂ ਹੈ। ਮਾੜਾ ਸਿਰਫ ਅੰਦਰ ਮਨੁੱਖ ਹੁੰਦਾ ਹੈ, ਜਿਹੜਾ ਧਰਮ ਦੀ ਓੜ ਲੈ ਕੇ ਮਨੁੱਖ ਨੂੰ ਜਿਹੜਾ ਵਾ ਸਤਾਉਂਦਾ ਹੈ, ਜਾਂ ਮਨੁੱਖ ਨੂੰ ਧਰਮ ਦਾ ਆਸਰਾ ਲੈ ਕੇ ਕਰਮ ਕਾਂਡਾਂ ਵਿੱਚ ਪਾਉਂਦਾ ਹੈ। ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦਾ ਫੈਸਲਾ ਹੈ, ਜਿਹੜਾ ਇਸਲਾਮ ਧਰਮ ਵਿੱਚ ਹੈ, ਜਿਹਨੇ ਇਸਲਾਮ ਧਰਮ ਕਬੂਲ ਕੀਤਾ ਹੈ, ਉਹ ਆਪਣੇ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ, ਆਪਣੇ ਧਰਮ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਆਪਣੀ ਸ਼ਰ੍ਹਾ ਦੀ ਕਮਾਈ ਕਰੇ, ਆਪਣੇ ਧਰਮ ਨੂੰ ਕਮਾਵੇ ਤੇ ਕਿਸੇ ਨੂੰ ਦੁੱਖ ਨਾ ਦੇਵੇ। ਹਿੰਦੂ ਨੂੰ ਕਿਹਾ ਗਿਆ ਹੈ ਕਿ ਤੂੰ ਹਿੰਦੂ ਧਰਮ ਕਬੂਲ ਕਰ, ਤੂੰ ਹਿੰਦੂ ਧਰਮ ਦੇ ਵਿੱਚ ਰਹਿ, ਪਰ ਆਪਣੇ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਕਰਮ ਕਾਂਡ ਨੂੰ ਤਿਆਗ ਕੇ, ਅਗਿਆਨਤਾ ਨੂੰ ਤਿਆਗ ਕੇ ਕੇਵਲ ਇੱਕ ਸੱਚ ਦੀ ਪ੍ਰਾਪਤੀ ਕਰ। ਇਸੇ ਤਰੀਕੇ ਦੇ ਨਾਲ ਸਿੱਖ ਨੂੰ ਵੀ ਕਿਹਾ ਹੋਇਆ ਹੈ ਕਿ ਤੂੰ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਹੈ, ਆਪਣੇ ਧਰਮ ਦੇ ਵਿੱਚ ਪਹਿਰਾ ਦਿੰਦਿਆਂ ਹੋਇਆਂ ਤੂੰ ਜਿਹੜਾ ਵਾ ਜੀਵਨ ਨੂੰ ਬਤੀਤ ਕਰਨਾ ਹੈ, ਧਰਮ ਨੂੰ ਕਮਾਉਣਾ ਹੈ ਤੇ ਕਿਸੇ ਦਾ ਵੀ ਬੁਰਾ ਨਹੀਂ ਕਰਨਾ। ਕਿਉਂਕਿ ਜੇ ਰੱਬ ਨੂੰ ਪਾਉਣਾ ਹੈ ਤੇ ਬਾਬਾ ਫਰੀਦ ਜੀ ਦਾ ਫੈਸਲਾ ਹਿਆਉ ਨਾ ਢਾਹੇ ਕਹੀਦਾ, ਕਿਸੇ ਦਾ ਵੀ ਹਿਰਦਾ ਨਹੀਂ ਦਿਖਾਉਣਾ। ਕਿਉਂਕਿ ਹਰੇਕ ਦੇ ਹਿਰਦੇ ਵਿੱਚ ਉਹ ਪ੍ਰਮਾਤਮਾ ਟਿਕਿਆ ਹੋਇਆ, ਭਾਵੇਂ ਮੁਸਲਮਾਨ ਹੈ, ਹਿੰਦੂ ਹੈ, ਜੈਨ ਹੈ, ਬੋਧੀ ਹੈ, ਹਰੇਕ ਦੇ ਧਰਮ ਦੇ ਵਿੱਚ, ਹਰੇਕ ਇਨਸਾਨ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ। ਜਦੋਂ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਦੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰਿਆਂ ਦੇ ਵਿੱਚ ਪਰਮਾਤਮਾ ਹੈ ਤੇ ਸਾਰਾ ਕੁਝ ਪਰਮਾਤਮਾ ਨੇ ਪੈਦਾ ਕੀਤਾ ਹੈ। ਭਾਈ ਸੁਬੇਗ ਸਿੰਘ ਜੀ ਕਹਿੰਦੇ, ਨਵਾਬ ਤੈਨੂੰ ਤੇਰਾ ਧਰਮ ਪਿਆਰਾ, ਮੈਨੂੰ ਮੇਰਾ ਧਰਮ ਪਿਆਰਾ। ਜਿੱਦਾਂ ਤੂੰ ਆਪਣਾ ਧਰਮ ਨਹੀਂ ਤਿਆਗ ਸਕਦਾ, ਉਸੇ ਤਰੀਕੇ ਦੇ ਨਾਲ ਮੈਂ ਆਪਣਾ ਧਰਮ ਨਹੀਂ ਤਿਆਗ ਸਕਦਾ। ਤੈਸੇ ਹੀ ਹੈ ਧਰਮ ਪਿਆਰਾ, ਤੈਸੇ ਹੀ ਹੈ ਧਰਮ ਹਮਾਰਾ, ਉਦਾਂ ਹੀ ਮੈਨੂੰ ਮੇਰਾ ਧਰਮ ਪਿਆਰਾ ਲੱਗਦਾ ਹੈ। ਮੈਨੂੰ ਮੇਰੇ ਗੁਰੂ ਨਾਨਕ ਦਾ ਘਰ ਪਿਆਰਾ ਲੱਗਦਾ ਹੈ ਤੇ ਮੈਂ ਗੁਰੂ ਨਾਨਕ ਦੇ ਧਰਮ ਨੂੰ, ਗੁਰੂ ਨਾਨਕ ਦੇ ਸਿਧਾਂਤਾਂ ਨੂੰ, ਗੁਰੂ ਨਾਨਕ ਦੀ ਸਿੱਖੀ ਨੂੰ ਤਿਆਗ ਕੇ ਮੈਂ ਕਦਾਚ ਵੀ ਤੇਰੇ ਧਰਮ ਦੇ ਵਿੱਚ ਨਹੀਂ ਆਵਾਂਗਾ। ਹਾਂ, ਤੂੰ ਮੈਨੂੰ ਮੌਤ ਦੇਣੀ ਚਾਹੁੰਦਾ ਮੈਂ ਸਰੀਰ ਕਰਕੇ, ਉਹ ਮੈਨੂੰ ਪ੍ਰਮਾਣਕ ਹੈ ਤੇ ਮੈਨੂੰ ਚੜਖੜੀ ਤੇ ਚੜਾ ਕੇ ਮਾਰਨਾ ਚਾਹੁੰਦਾ ਹੈ ਤੇ ਮੈਂ ਚੜਖੜੀ ਤੇ ਚੜ ਕੇ ਮਰਨ ਨੂੰ ਤਿਆਰ ਹਾਂ ਤੇ ਮੈਂ ਚੜਖੜੀ ਨੂੰ ਨਮਸਕਾਰ ਕਰਦਾ ਹਾਂ। ਜਿਨੇ ਮੈਨੂੰ ਪਰਖਣ ਵਾਸਤੇ, ਸਿੱਖੀ ਦੀ ਪ੍ਰੀਖਿਆ ਲੈਣ ਵਾਸਤੇ ਜਿਹੜਾ ਮੇਰੇ ਇਹ ਸਮਾਂ ਆਇਆ ਹੈ, ਮੈਂ ਸਮੇਂ ਨੂੰ ਵੀ ਨਮਸਕਾਰ ਕਰਦਾ ਹਾਂ ਤੇ ਚੜਖੜੀ ਨੂੰ ਵੀ ਨਮਸਕਾਰ ਕਰਦਾ ਹਾਂ। ਜਿਨੇ ਮੈਨੂੰ ਇਹ ਪ੍ਰੀਖਿਆ ਪਾਈ ਹੈ ਤੇ ਜਿਹੜਾ ਸਾਧਨ ਮੇਰੇ ਵਾਸਤੇ ਮੌਤ ਦਾ ਤਰੀਕਾ ਚੁਣਿਆ ਗਿਆ ਹੈ, ਉਹਨੂੰ ਵੀ ਮੈਂ ਨਮਸਕਾਰ ਕਰਦਾ ਹਾਂ। ਪਰ ਭਾਈ ਸੁਬੇਗ ਸਿੰਘ ਜੀ ਕਹਿੰਦੇ, ਧਰਮ ਨੂੰ ਮੈਂ ਕਦੇ ਵੀ ਤਿਆਗਾਂਗਾ ਨਹੀਂ। ਭਾਈ ਰਤਨ ਸਿੰਘ ਜੀ ਭੰਗੂ ਅਗਲੇਰੇ ਪ੍ਰਸੰਗ ਨੂੰ ਕਿਵੇਂ ਕਲਮਬੰਦ ਕਰਦੇ ਹਨ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਵਿਚਾਰਾਂ ਕਰਦਿਆਂ ਵਿਅਕਤ ਗਲਤੀਆਂ ਹੋਈਆਂ ਹਨ, ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।